ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਬੜਾਈ। ਜੋ ਤੂੰ ਦੇਹ ਸੋ ਕਹਾ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ, ਤੇਰੇ ਗੁਣ ਗਾਵਾਂ ਦੇਹ ਬੁਝਾਈ। ਜੈਸੇ ਸੱਚ ਮੈਂ ਰਹੂੰ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਹਾਜ਼ਰਾਂ ਹਜੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਵੈਰਾਗ ਔਰ ਤਿਆਗ ਦੀ ਮਹਾਨ ਮੂਰਤ। ਹਾਜ਼ਰ ਹੋਤ ਜਹਾਂ ਸਿਮਰੇ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਦਇਆ ਨਿਧ ਅੰਤਰਯਾਮੀ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲ ਔਰ ਸਕਾਰਥਾ ਕਰ ਰਹੇ। ਸਰਬਾਸਾ ਪੂਰਨ ਕਰਨੇ ਵਾਲੀ ਸ਼੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਹਜ਼ੂਰੀ ਕੀਰਤਨੀਏ ਸਿੰਘਾਂ ਪਾਸੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਮੇਰੇ ਗੁਰਦੇਵ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੇ ਹਨ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸੋਈ ਰਾਮਦਾਸ ਗੁਰਬਲ ਭਣ ਮਿਲ ਸੰਗਤ ਧੰਨ ਧੰਨ ਕਰੋ। ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰਹੋ। ਐਸੇ ਦੀਨ ਦਿਆਲ ਭਗਤ ਵਛਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਤਿਨਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੀਆਂ ਸੁਰਤੀਆਂ ਵਿੱਚ ਵਸਾਈਏ। ਗੁਰੂ ਰਾਮਦਾਸ ਜੀ ਮਹਾਰਾਜ ਦਇਆਨਿਧ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ। ਜੈਤ ਸਰੀ ਰਾਗ ਹੈ ਔਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਇਆਨਿਧ ਸੁਆਮੀ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਅੰਮ੍ਰਿਤ ਬਚਨ ਹਨ। ਭੱਟ ਮਥੁਰਾ ਜੀ ਕਹਿੰਦੇ ਹਨ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਭੱਟ ਮਥੁਰਾ ਜੀ ਕਹਿੰਦੇ, ਭਾਈ ਸਿੱਖੋ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰੋ। ਕਿਉਂ? ਕਿਉਂਕਿ ਗੁਰੂ ਰਾਮਦਾਸ ਸਾਹਿਬ ਦੇ ਜਦੋਂ ਦਰਸ਼ਨ ਕਰੀਏ ਤਾਂ ਉਹਨਾਂ ਦੇ ਅੰਮ੍ਰਿਤ ਸਰੂਪ ਬਚਨ ਸਰਵਣ ਕਰਨ ਨੂੰ ਪ੍ਰਾਪਤ ਹੁੰਦੇ ਹਨ। ਕਹਿ ਮਥੁਰਾ ਅੰਮ੍ਰਿਤ ਬੈਣ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜਿਹੜੇ ਬਚਨ ਉਚਾਰਨ ਕਰਦੇ ਹਨ ਉਹ ਮੁਰਦਿਆਂ ਨੂੰ ਜੀਵਨ ਦੇਣ ਵਾਲੇ ਬਚਨ ਨੇ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਦੇ ਬਚਨ ਅੰਮ੍ਰਿਤ ਬਚਨ ਹਨ, ਅੰਮ੍ਰਿਤ ਬੋਲ ਹਨ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਰਾਗ ਜੈਤ ਸਰੀ ਵਿੱਚ
ਇਹ ਅੰਮ੍ਰਿਤ ਬੋਲ ਅੰਮ੍ਰਿਤ ਬਚਨ ਉਚਾਰਨ ਕਰਦੇ ਹਨ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਵੰਜੈ। ਹੇ ਵਾਹਿਗੁਰੂ, ਹੇ ਅਕਾਲ ਪੁਰਖ, ਹੇ ਨਿਰੰਕਾਰ, ਤੇਰਾ ਅੰਮ੍ਰਿਤ ਨਾਮ ਜਿਨ੍ਹਾਂ ਦੇ ਹਿਰਦਿਆਂ ਵਿੱਚ ਨਹੀਂ ਵਸਦਾ, ਜਿਨ੍ਹਾਂ ਦੇ ਹਿਰਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਵਿਹੂਣੇ ਸੱਖਣੇ ਹਨ, ਖਾਲੀ ਹਨ, ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਸਿਮਰਤੀ ਨਹੀਂ, ਅਕਾਲ ਪੁਰਖ ਦੀ ਯਾਦ ਨਹੀਂ ਹੈ। ਬੜੇ ਪਿਆਰੇ ਬਚਨ ਮਹਾਂਪੁਰਸ਼ਾਂ ਵਿਦਵਾਨਾਂ ਦੇ ਹਨ। ਉਹ ਕਹਿੰਦੇ ਪ੍ਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ। ਸੰਸਾਰ ਦਾ ਕੋਈ ਜ਼ਰਰਾ, ਕੋਈ ਕਣ ਐਸਾ ਨਹੀਂ ਜਿੱਥੇ ਪ੍ਰਮਾਤਮਾ ਦੀ ਵਿਧਾਤੇ ਦੀ ਜੋਤ ਨਹੀਂ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਜਿਮੀ ਜਮਾਨ ਕੇ ਵਿਖੈ, ਸਮਸਤ ਏਕ ਜੋਤ ਹੈ। ਜੀਵਨ ਮੈਂ ਜਲ ਮੈਂ ਥਲ ਮੈਂ, ਸਭ ਰੂਪਨ ਮੈਂ ਸਭ ਭੂਪਨ ਮਾਹੀ। ਪਰਮਾਤਮਾ ਹਰ ਜਗ੍ਹਾ ਤੇ ਹੈ। ਇੱਕ ਥਾਂ, ਇੱਕ ਜਗ੍ਹਾ ਐਸੀ ਹੈ ਜਿੱਥੇ ਰੱਬ ਨਹੀਂ ਹੈ, ਪਰਮੇਸ਼ਰ ਨਹੀਂ ਹੈ, ਤਾਂ ਉਹ ਜਗ੍ਹਾ ਹੈ ਮਨੁੱਖ ਦਾ ਹਿਰਦਾ, ਮਨਮੁਖ ਮਨੁੱਖ ਦਾ ਹਿਰਦਾ। ਮਨਮੁਖ ਮਨੁੱਖ ਦੇ ਹਿਰਦੇ 'ਚ ਪਰਮਾਤਮਾ ਨਹੀਂ, ਬਾਕੀ ਹਰ ਜਗ੍ਹਾ ਤੇ ਹੈ। ਉਹ ਸਾਡੇ ਚੇਤੇ ਵਿੱਚ ਨਹੀਂ, ਸਾਡੀ ਸਿਮਰਤੀ ਵਿੱਚ ਨਹੀਂ। ਤੇ ਜਿਨ੍ਹਾਂ ਦੀ ਸਿਮਰਤੀ ਵਿੱਚ, ਜਿਨ੍ਹਾਂ ਦੇ ਧਿਆਨ ਵਿੱਚ, ਜਿਨ੍ਹਾਂ ਦੀ ਸੁਰਤੀ ਵਿੱਚ ਵਾਹਿਗੁਰੂ ਪਰਮੇਸ਼ਰ ਨਹੀਂ ਹੈ, ਹੇ ਵਾਹਿਗੁਰੂ, ਇਹੋ ਜਿਹੇ ਬੰਦਿਆਂ ਦੀ ਮਾਂ ਨੂੰ ਤੂੰ ਬਾਂਝ ਹੀ ਕਰ ਦਿੰਦਾ, ਤਾਂ ਜੋ ਇਹੋ ਜਿਹੇ ਨਾਮ ਵਿਹੂਣੇ ਬੰਦੇ ਪੈਦਾ ਹੀ ਨਾ ਹੁੰਦੇ। ਕਿਉਂਕਿ ਉੱਦਾਂ ਵੀ ਉਹਨਾਂ ਦਾ ਜਨਮ ਨਿਰਾਰਥ ਹੈ। ਜੇ ਨਾਮ ਵਿਹੂਣੇ ਬੰਦੇ ਜਨਮ ਲੈ ਕੇ ਆ ਵੀ ਜਾਣ ਧਰਤੀ ਤੇ, ਜਨਮ ਬਤੀਤ ਵੀ ਕਰਨ, ਤੇ ਕਿਸ ਕੰਮ ਦਾ। ਇਸ ਕਰਕੇ ਹੇ ਵਾਹਿਗੁਰੂ, ਉਹਨਾਂ ਦੀ ਮਾਂ ਬਾਂਝ ਹੀ ਹੋ ਜਾਂਦੀ, ਇਹੋ ਜਿਹੇ ਨਾਮ ਵਿਹੂਣੇ ਬੰਦੇ ਪੈਦਾ ਹੀ ਨਾ ਹੁੰਦੇ, ਉਹ ਜਨਮ ਹੀ ਨਾ ਲੈ ਸਕਦੇ। ਜਿਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਤਾਰੀ। ਭਗਤ ਜੀ ਕਹਿੰਦੇ ਕਿ ਜਿਸ ਕੁੱਖ ਤੋਂ ਪੈਦਾ ਹੋ ਕੇ ਕੋਈ ਬਾਲਕ, ਕੋਈ ਮਨੁੱਖ, ਕੋਈ ਜੀਵ ਪਰਮੇਸ਼ਰ ਦੇ ਗਿਆਨ ਦੀ ਵਿਚਾਰ ਨਹੀਂ ਕਰਦਾ, ਅਕਾਲ ਪੁਰਖ ਦੇ ਭਜਨ ਤੋਂ ਵਿਹੂਣਾ ਹੈ, ਹੇ ਵਾਹਿਗੁਰੂ, ਇਹੋ ਜਿਹੇ ਨਾਮ ਵਿਹੂਣੇ ਬੰਦੇ ਦੀ ਮਾਂ ਵਿਧਵਾ ਕਿਉਂ ਨਾ ਰਹੀ, ਵੀ ਉਹ ਪੈਦਾ ਹੀ ਨਾ ਹੁੰਦਾ, ਉਹਦਾ ਜਨਮ ਹੀ ਨਾ ਹੁੰਦਾ। ਇੱਕ ਵਿਦਵਾਨ ਸਾਰ ਉਕਤਾਵਲੀ ਵਿੱਚ ਲਿਖਦਾ ਕਿ ਜਿਹੜਾ ਮਨੁੱਖ ਪਰਮੇਸ਼ਰ ਦੇ ਭਜਨ ਤੋਂ ਵਿਹੂਣਾ ਹੈ, ਨਿਰੰਕਾਰ ਦੀ ਬੰਦਗੀ ਤੋਂ ਵਿਹੂਣਾ, ਅਜਾ ਗਲੇ ਕੇ ਕੁਚਨ ਜਿਉ ਜਨਮ ਵਿਅਰਥ ਹੈ ਤਾਸ। ਅਜਾ ਗਲੇ ਕੇ ਕੁਚਨ ਜਿਉ ਜਨਮ ਵਿਅਰਥ ਹੈ ਤਾਸ। ਅਜਾ ਕਹਿੰਦੇ ਨੇ ਬੱਕਰੇ ਨੂੰ, ਬੱਕਰੀ ਨੂੰ। ਬੱਕਰੀ ਜਾਂ ਬੱਕਰੇ ਦੇ ਗਲੇ ਦੇ ਵਿੱਚ ਵੀ ਨਾ ਕਈ ਵਾਰੀ ਇੱਕ ਮਾਸ ਦੀਆਂ ਉਹ ਰਸੋਲੀਆਂ ਜੀਆਂ, ਜਿਵੇਂ ਕਹਿ ਸਕਦੇ ਹਾਂ ਵੀ ਇੱਕ ਉਹ ਥਣ ਜੇ ਜਿਹੜੇ ਨੇ, ਕੁਚਨ ਕਹਿੰਦੇ ਨੇ ਥਣਾਂ ਨੂੰ, ਉਹਦੇ ਗਲ ਦੇ ਵਿੱਚ ਵੀ ਥਣ ਬਣ ਜਾਂਦੇ, ਪਰ ਉਹਨਾਂ 'ਚ ਦੁੱਧ ਨਹੀਂ ਆਉਂਦਾ, ਉਹ ਕਿਸੇ ਕੰਮ ਨਹੀਂ ਆਉਂਦੇ। ਇਨ ਬਿਨ ਉਹ ਮਨੁੱਖ ਜਿਹੜੇ ਪਰਮੇਸ਼ਰ ਦੇ ਭਜਨ ਤੋਂ ਵਿਹੂਣੇ ਨੇ, ਪਰਮੇਸ਼ਰ ਦੀ ਬੰਦਗੀ ਤੋਂ, ਉਹਦੀ ਯਾਦ ਤੋਂ ਵਿਹੂਣੇ ਨੇ, ਉਹਨਾਂ ਦਾ ਜਨਮ ਵੀ ਉਸ ਬੱਕਰੇ ਦੇ ਗਲ ਦੇ ਥਣਾਂ ਵਾਂਗੂ ਵਿਅਰਥ ਹੈ, ਬੇਫਜ਼ੂਲ ਹੈ, ਕਿਸੇ ਕੰਮ ਦਾ ਨਹੀਂ। ਤੋ ਸਾਹਿਬ ਕਹਿੰਦੇ ਭਾਈ, ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਨਹੀਂ ਵਸਿਆ, ਉਹਨਾਂ ਦੀ ਮਾਤਾ ਬਾਂਝ ਕਿਉਂ ਨਾ ਹੋ ਗਈ, ਤਾਂ ਜੋ ਇਹੋ ਜਿਹੇ ਨਾਮ ਵਿਹੂਣੇ ਆਦਮੀ ਪੈਦਾ ਹੀ ਨਾ ਹੁੰਦੇ। ਹੇ ਵਾਹਿਗੁਰੂ, ਉਹਨਾਂ ਦੀਆਂ ਮਾਤਾਵਾਂ ਨੂੰ ਬਾਂਝ ਹੀ ਰੱਖ,
ਜਿਹੜੇ ਨਾਮ ਵਿਹੂਣੇ ਬੰਦੇ ਨੇ ਉਹ ਇਸ ਸੰਸਾਰ ਦੇ ਵਿੱਚ ਪੈਦਾ ਹੀ ਨਾ ਹੋਣ, ਨਸ਼ੁਕਰੇ ਬੰਦੇ ਇਸ ਸੰਸਾਰ ਦੇ ਵਿੱਚ ਪੈਦਾ ਹੀ ਨਾ ਹੋਣ। ਤਿਨ ਸੁਨੀ ਦੇਹ ਫਿਰ ਹੈ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਝਾ। ਸੁੰਝੀ, ਸੁੰਝੀ ਦਾ ਮਤਲਬ ਹੁੰਦਾ ਖਾਲੀ। ਯਈਆਂ, ਜਦੋਂ ਜੰਜ ਲਿਖਣਾ ਹੋਵੇ ਨਾ, ਜੰਜ ਜੱਜੇ ਤੇ ਟਿੱਪੀ ਤੇ ਯਈਏ ਨਾਲ ਲਿਖਿਆ ਜਾਂਦਾ ਜੰਜ, ਯਾਨੀ ਕਿ ਇਹਦਾ ਉਚਾਰਨ ਇਸ ਤਰ੍ਹਾਂ ਹੈ, ਸੁੰਝੀ ਯਈਆਂ। ਯਈਆਂ ਜਾਣੋ ਦ੍ਰਿੜ ਸਹੀ ਬਿਨ ਸਜਾਤ ਇਹ ਹੇਤ। 52 ਅੱਖਰੀ 'ਚ ਕਹਿੰਦੇ ਤਿਨਾਂ ਦੀਆਂ ਦੇਹਾਂ ਸੁੰਝੀਆਂ ਹਨ, ਖਾਲੀ ਹਨ, ਯਾਨੀ ਕਿ ਮੁਰਦਿਆਂ ਦੇ ਮਨਿੰਦ ਕਹਿ ਸਕਦੇ। ਸੁੰਝੀ ਦੇ ਕਹਿੰਦੇ ਨੇ, ਜਿਵੇਂ ਕਹਿ ਦਿੰਦੇ ਨੇ ਕਿਸੇ ਦੇ ਸਰੀਰ 'ਚੋਂ ਪ੍ਰਾਣ ਉੱਡਣ, ਪੰਖੇਰੂ ਹੋ ਜਾਣ, ਜੀਵਾਤਮਾ ਨਿਕਲ ਜਾਏ, ਕਹਿੰਦੇ ਹੁਣ ਇਹਦੇ 'ਚ ਕੁਝ ਨਹੀਂ ਰਿਹਾ। ਆਮ ਸਾਡੇ ਪੰਜਾਬ ਦੀ ਧਰਤੀ 'ਤੇ ਬੋਲ ਵਰਤੇ ਜਾਂਦੇ, ਇਹਦੇ 'ਚ ਹੁਣ ਕੁਝ ਨਹੀਂ ਰਿਹਾ, ਇਹ ਖਾਲੀ, ਯਾਨੀ ਕਿ ਮੁਰਦਾ ਹੋ ਗਿਆ। ਕੁਝ ਸ਼ਬਦ, ਕੁਝ ਅਲਫਾਜ਼ ਇਹੋ ਜਿਹੇ ਹੁੰਦੇ ਨੇ ਮਨੁੱਖ ਨੇ, ਉਹਨਾਂ ਦੇ ਬਦਲਵੇਂ ਤੇ ਢੁਕਵੇਂ ਸ਼ਬਦ ਜਿਹੜੇ ਨੇ ਉਹ ਆਪਣੀ ਜ਼ੁਬਾਨ ਤੋਂ ਬੋਲਣੇ ਸ਼ੁਰੂ ਕੀਤੇ ਹੋਏ। ਅਕਸਰ ਦੀਵੇ ਨੂੰ ਬੁਝਾਉਣਾ ਨਹੀਂ ਵਧਾਉਣਾ ਕਹਿ ਦਿੰਦੇ ਹਨ। ਬੁਝਾਉਣਾ ਕਿਉਂ? ਇਹ ਢਹਿੰਦੀ ਕਲਾ ਵਾਲਾ ਬੋਲ ਹੈ। ਤੋ ਇਸ ਪ੍ਰਕਾਰ ਨਾਲ ਸਿੱਧਾ ਮੁਰਦਾ ਕਹਿਣ ਨਾਲੋਂ ਵੀ ਇਹ ਮਰ ਗਿਆ, ਕਹਿੰਦੇ ਜੀ ਹੁਣ ਇਹਦੇ 'ਚ ਕੁਝ ਨਹੀਂ ਰਿਹਾ। ਕੁਝ ਇੱਦਾਂ ਦੇ ਮਹਾਰਾਜ ਜੀ ਉਹੀ ਸ਼ਬਦ ਵਰਤ ਰਹੇ ਵੀ ਉਹਨਾਂ ਦੀਆਂ ਦੇਹਾਂ ਮੁਰਦਿਆਂ ਦੇ ਮਨਿੰਦ ਨੇ, ਭਾਵੇਂ ਉਹਨਾਂ 'ਚ ਫੂਕ ਚੱਲਦੀ ਆ, ਸਾਹ ਚੱਲਦੇ ਨੇ। ਆਮ ਕਰਕੇ ਸੰਸਾਰ ਵਿੱਚ ਤਾਂ ਉਹ ਮੁਰਦਾ ਜਿਹਦੇ 'ਚੋਂ ਪ੍ਰਾਣ ਨਿਕਲ ਜਾਣ, ਪਰ ਪਾਤਸ਼ਾਹ ਉਹਨਾਂ ਨੂੰ ਮੁਰਦਾ ਮੰਨਦੇ ਨੇ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਵਿਹੂਣੇ ਹਨ। ਉਹ ਮੁਰਦਿਆਂ ਦੇ ਮਨਿੰਦ ਨੇ, ਉਹਨਾਂ ਦੀ ਜ਼ਿੰਦਗੀ ਮੁਰਦਿਆਂ। ਅਤ ਸੁੰਦਰ ਕੁਲੀਨ ਚਤਰ, ਮੁਖ ਗਿਆਨੀ ਧਨਵੰਤ, ਮਿਰਤਕ ਕਹੀਆ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਅਤ ਦਾ ਸੋਹਣਾ ਹੋਵੇ, ਅਤ ਦਾ। ਇਹ ਨਹੀਂ ਕੋਈ ਸੁੰਦਰਤਾ ਥੋੜੀ ਬਹੁਤ, ਬਹੁਤ ਜ਼ਿਆਦਾ ਸੁੰਦਰਤਾ। ਇਹਦੀ ਸੁੰਦਰਤਾ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹੋਣ। ਅਤ ਸੁੰਦਰ ਕੁਲੀਨ, ਕੁੱਲ ਬੜੀ ਚੰਗੀ ਹੋਵੇ, ਬੜੀ ਉੱਚੀ ਕੁੱਲ 'ਚ ਜੰਮਿਆ ਹੋਵੇ, ਚੰਗਾ ਵਧੀਆ ਖਾਨਦਾਨ ਹੋਵੇ, ਤੇ ਮੁਖ ਤੋਂ ਬੜਾ ਚਤਰ ਹੋਵੇ, ਗੱਲਾਂ ਬੜੀਆਂ ਕਰ ਲੈਂਦਾ ਹੋਵੇ, ਗਿਆਨ ਬੜਾ ਹੋਵੇ ਦੁਨੀਆ ਦਾ ਇਕੱਠਾ ਕੀਤਾ ਹੋਇਆ। ਮੁਖ ਗਿਆਨੀ ਹੋਵੇ, ਮੁਖ ਗਿਆਨੀ ਵੀ ਗਿਆਨ ਦੀਆਂ ਗੱਲਾਂ ਹੀ ਕਰਦਾ, ਅੰਦਰ ਗਿਆਨ ਨਹੀਂ। ਧਨਵੰਤ, ਬੜਾ ਵੱਡਾ ਧਨਵਾਨ ਸ਼ਾਹੂਕਾਰ ਹੋਵੇ, ਪੈਸੇ ਦੀ ਕੋਈ ਥੁੜ ਨਾ ਹੋਵੇ। ਤੇ ਜੇ ਰੱਬ ਦੀ ਪ੍ਰੀਤ ਤੋਂ ਵਿਹੂਣਾ, ਮੇਰੇ ਪਾਤਸ਼ਾਹ ਕਹਿੰਦੇ ਉਹ ਜਿਉਂਦਿਆਂ ਜੀ ਮੁਰਦਿਆਂ ਦੇ ਮਨਿੰਦ ਹੈ। ਜਿਉਂਦਿਆਂ ਜੀ ਕੌਤਕ ਕੋੜ ਤਮਾਸਿਆ ਚਿਤ ਨਾ ਆਵ ਸੁਨਾਓ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ। ਉਹਦੀ ਜ਼ਿੰਦਗੀ ਮੁਰਦਿਆਂ ਦੇ ਮਨਿੰਦ ਹੈ। ਪਾਤਸ਼ਾਹ ਕਹਿੰਦੇ ਤਿਨਾਂ ਦੀ ਦੇਹ ਸੁੰਝੀ ਹੈ, ਪਰਮੇਸ਼ਰ ਦੇ ਸ਼ੁਭ ਗੁਣਾਂ ਤੋਂ ਵਿਹੂਣੀ, ਖਾਲੀ ਹੈ। ਔਰ ਇਹੋ ਜਿਹੇ ਮਨਮੁਖ ਲੋਕ, ਜਿਵੇਂ ਕਰੰਜੂਏ ਦੇ ਬੂਟੇ 'ਚ ਸੱਪ ਉਲਝ ਕੇ ਮਰ ਜਾਂਦਾ, ਵਿੱਚੋਂ ਨਿਕਲ ਨਹੀਂ ਸਕਦਾ, ਇਹੋ ਜਿਹਾ ਕੰਡਿਆਲਾ ਜਿਹਾ ਬੂਟਾ ਹੁੰਦਾ ਕਰੰਜੂਏ ਦਾ। ਕਹਿੰਦੇ ਇੱਦਾਂ ਸੰਸਾਰ ਦੇ ਵਿਕਾਰਾਂ ਰੂਪੀ ਕਰੰਜੂਏ ਵਿੱਚ ਇਹ ਫਸਿਆ ਹੋਇਆ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ, ਵਿੱਚੋਂ ਨਿਕਲ ਹੀ ਨਹੀਂ ਸਕਦਾ। ਕਹਿੰਦਾ ਰਹਿੰਦਾ ਕੋਈ ਸਮਾਂ ਆਵੇਗਾ, ਵੇਲ ਮਿਲੇਗੀ, ਰੱਬ ਰੱਬ ਕਰਾਂਗੇ, ਬਸ ਇੱਕ ਵਾਰੀ ਰਿਟਾਇਰਮੈਂਟ ਮਿਲ ਜਾਏ, ਰਿਟਾਇਰਮੈਂਟ ਤੋਂ ਬਾਅਦ ਫਿਰ ਬਾਕੀ ਦੀ ਜਿਹੜੀ ਜ਼ਿੰਦਗੀ ਮਿਲਣੀ ਹੈ ਉਹ ਫਿਰ ਰੱਬ ਰੱਬ ਕਰਦੇ ਬਤੀਤ ਕਰਨੀ ਹੈ। ਉਸ ਤੋਂ ਬਾਅਦ ਵੀ ਫਿਰ ਕਿਹੜਾ ਜ਼ਿੰਦਗੀ ਤੋਂ ਰਿਟਾਇਰ ਹੋ ਜਾਂਦਾ, ਕਿਹੜਾ ਕੰਮਾਂ ਤੋਂ ਰਿਟਾਇਰ ਹੋ ਜਾਂਦਾ। ਹਾਂ, ਸਰੀਰ ਨੂੰ
ਜਿੰਨਾ ਚਿਰ ਚੱਲਦਾ ਚਲਾਉਣਾ ਚਾਹੀਦਾ। ਪਰ ਜਿਹੜਾ ਕੰਮ ਸਾਡੇ ਨਿੱਜੀ ਜੀਵਨ ਵਿੱਚ ਸਾਡੇ ਲਈ ਕੰਮ ਆਉਣਾ, ਉਹਦੇ ਵਾਸਤੇ ਵੀ ਤਾਂ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ। ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਭਾਈ, ਕਰੰਜੂਏ ਦੇ ਬੂਟੇ ਵਿੱਚ ਜਿਵੇਂ ਸੱਪ ਉਲਝਿਆ ਸਾਰੀ ਜ਼ਿੰਦਗੀ, ਉਹ ਨਿਕਲ ਹੀ ਨਹੀਂ ਸਕਦਾ, ਵਿੱਚ ਹੀ ਖੱਪ ਖੱਪ ਕੇ ਮਰ ਜਾਂਦਾ। ਇੱਦਾਂ ਆਪਣਿਆਂ ਵਿਕਾਰਾਂ ਵਿੱਚ ਖਪਿਆ ਹੋਇਆ, ਵਿਕਾਰਾਂ ਵਿੱਚ ਖਚਿਤ ਹੋਇਆ ਮਨੁੱਖ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਏ ਮੇਰੇ ਮਨ, ਪਰਮੇਸ਼ਰ ਦਾ ਭਜਨ ਕਰ, ਨਿਰੰਕਾਰ ਦਾ ਜਾਪ ਕਰ, ਵਾਹਿਗੁਰੂ ਦਾ ਭਜਨ ਕਰ। 84 ਲੱਖ ਜੂਨ ਉਪਾਈ, ਜਿਸ ਨੇ 1,84 ਜੂਨੀਆਂ ਪੈਦਾ ਕੀਤੀਆਂ ਹਨ, ਉਸ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰ। ਸੋ ਸਿਮਰੋ ਨਿਰਬਾਣੀ, ਸੋ ਸਿਮਰੋ ਨਿਰਬਾਣੀ, ਸੋ ਸਿਮਰੋ ਨਿਰਵਾਣੀ, ਸੋ ਸਿਮਰੋ ਨਿਰਵਾਣੀ, ਸੋ ਸਿਮਰੋ ਨਿਰਬਾਣੀ, ਸੋ ਸਿਮਰੋ ਨਿਰਬਾਣੀ, ਸੋ ਸਿਮਰੋ ਨਿਰਵਾਣੀ, ਸੋ ਸਿਮਰੋ ਨਿਰਵਾਣੀ। ਇਹ ਭਾਈ, ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ, ਨਿਰੰਕਾਰ ਦਾ ਚਿੰਤਨ ਕਰ। ਮਨ ਨੇ ਸਵਾਲ ਕੀਤਾ, ਜਦੋਂ ਕਿਹਾ ਨਾ ਮਨਾ ਜਪ, ਤੇ ਅੱਗੋਂ ਮਨ ਕਹਿੰਦਾ ਕਿਹਨੂੰ ਜਪਾਂ, ਕਿਸ ਨੂੰ ਜਪਾਂ? ਜਿਸ ਨੂੰ ਜਪਾਂ ਉਹ ਰਹਿੰਦਾ ਕਿੱਥੇ ਹੈ, ਉਹਦਾ ਵਾਸਾ ਕਿੱਥੇ ਹੈ? ਅਮਰਾਪੁਰੀ ਵਿੱਚ ਵਾਸਾ ਹੈ, ਕੋਈ ਵੱਖਰੀ ਪੁਰੀ ਹੈ, ਕੋਈ ਵੱਖਰਾ ਸ਼ਹਿਰ ਹੋਵੇ, ਕੋਈ ਦੱਖਣ ਦਿਸ਼ਾ ਵਿੱਚ ਵਸਦਾ ਹੈ, ਕੋਈ ਪੱਛਮ 'ਚ ਵਸਦਾ ਹੈ, ਜਾਂ ਫਿਰ ਕਿਤੇ ਕੋਈ ਹੋਰ ਦਿਸ਼ਾ ਜਿੱਥੇ ਉਹ ਵਸਦਾ ਹੋਵੇ, ਮੈਂ ਜਾ ਕੇ ਉਹਦਾ ਜਾਪ ਜਪਾਂ? ਤੇ ਮੇਰੇ ਪਾਤਸ਼ਾਹ ਕਹਿੰਦੇ ਆ, ਮਨਾ, ਉਹ ਤੇਰੇ ਅੰਦਰ ਵਸਦਾ, ਉਹਨੂੰ ਜਪ। ਜਪ ਰਾਮ ਨਾਮ ਹਰ ਮਾਝਾ। ਉਹ ਹਰੀ ਤੇਰੇ, ਮਾਝਾ ਦਾ ਮਤਲਬ ਹੁੰਦਾ ਵਿੱਚ, ਜੋ ਤੇਰੇ ਅੰਦਰ ਹੈ, ਜੋ ਤੇਰੇ ਵਿੱਚ ਹੈ, ਉਹਨੂੰ ਜਪ, ਉਸ ਦੇ ਨਾਮ ਨੂੰ ਜਪ। ਇਹ ਰਾਮ ਨਾਮ, ਇਹ ਰਾਮ ਉਹ ਹੈ ਜਿਹੜਾ ਤੇਰੇ ਅੰਦਰ ਰਮਿਆ ਹੋਇਆ, ਤੇਰੇ ਅੰਦਰ ਵਸਦਾ, ਉਸ ਦਾ ਜਾਪ ਕਰ। ਨਿਰੰਤਰ ਅੱਠੇ ਪੈਰ ਉਹਨੂੰ ਜਪ। ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚੋਂ ਧਿਆ। ਹਾਂਜੀ। ਹਰ ਹਰ ਕਿਰਪਾਲ, ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਹਰੀ ਵਾਹਿਗੁਰੂ ਪਰਮੇਸ਼ਰ ਕਿਰਪਾਲੂ ਹੈ, ਦਿਆਲੂ ਹੈ। ਉਸ ਕਿਰਪਾਲੂ ਦਿਆਲੂ ਨਿਰੰਕਾਰ ਵਾਹਿਗੁਰੂ ਨੇ ਮੇਰੇ ਤੇ ਆਪਣੀ ਕਿਰਪਾ ਧਾਰੀ ਹੈ, ਮੇਰੇ ਤੇ ਆਪਣਾ ਤਰਸ ਕੀਤਾ ਹੈ, ਦਇਆ ਕੀਤੀ ਹੈ, ਔਰ ਉਸਨੇ ਮੈਨੂੰ ਗੁਰੂ ਦੀ ਦਾਤ ਬਖਸ਼ੀ। ਪਾਰ ਬ੍ਰਹਮ ਪਰਮੇਸ਼ਰ ਦੀ ਕਿਰਪਾ ਨਾਲ ਮੈਨੂੰ ਗੁਰੂ ਮਿਲਿਆ ਹੈ, ਤੇ ਮੇਰੇ ਗੁਰੂ ਨੇ ਮੈਨੂੰ ਗਿਆਨ ਦਿੱਤਾ ਹੈ। ਗੁਰ ਗਿਆਨ ਦਿਓ। ਗਿਆਨ ਹੈ ਹੀ ਗੁਰੂ। ਇਹ ਜਿਹੜੀ ਗਿਆਨ ਦੀ ਕੁੰਜੀ ਹੈ ਨਾ, ਗੁਰੂ ਨੇ ਆਪਣੇ ਹੱਥ 'ਚ ਰੱਖੀ। ਮਤ ਕਿਸੇ ਦੇ ਮਨ 'ਚ ਭਰਮ ਹੋਵੇ ਕਿ ਮੈਨੂੰ ਗਿਆਨ ਕਿਤੋਂ ਬਾਹਰੋਂ ਲੱਭੇਗਾ, ਕਿਤੋਂ ਕਿਸੇ ਯੂਨੀਵਰਸਿਟੀ 'ਚੋਂ, ਕਿਸੇ ਕਾਲਜ ਵਿੱਚੋਂ। ਆਓ, ਪੜ੍ਹਾਈ ਵੀ ਚਾਹੀਦੀ ਹੈ, ਪੜ੍ਹੋ ਸਮਾਜਿਕ ਤਰੱਕੀ ਲਈ, ਪਰ ਜੇ ਕੋਈ ਆਖੇ ਵੀ ਉੱਥੇ ਸਾਨੂੰ ਆਪਣੇ ਨਿਜ ਆਪੇ ਦਾ ਗਿਆਨ ਲੱਭ ਜਾਣਾ, ਨਹੀਂ ਲੱਭਦਾ। ਉਹ ਗਿਆਨ ਤਾਂ ਗੁਰੂ ਨੇ ਬਖਸ਼ਣਾ, ਗੁਰੂ ਨੇ। ਗੁਰੂ ਬਿਨਾਂ ਨਹੀਂ ਉਹ ਗਿਆਨ ਹੋ ਸਕਦਾ। ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ। ਗੁਰੂ ਬਿਨਾਂ ਨਹੀਂ ਉਹ ਗਿਆਨ ਉਪਜ ਸਕਦਾ। ਤੋ ਮੇਰੇ ਗੁਰੂ ਨੇ ਮੇਰੇ ਤੇ ਤਰਸ ਕਰਕੇ ਮੈਨੂੰ ਗਿਆਨ ਦਿੱਤਾ, ਤੇ ਜਦੋਂ ਗਿਆਨ ਆਇਆ ਤੇ ਮਨ ਸਮਝ ਗਿਆ। ਗੁਰ ਗਿਆਨ ਦਿਓ ਮਨ ਸਮਝਾ।
ਮਨ ਨੂੰ ਸਮਝ ਆ ਗਈ। ਹਾਂ, ਜਦੋਂ ਸਮਝ ਆ ਗਈ ਫਿਰ ਟਿਕ ਗਿਆ, ਟਿਕਾ ਗਿਆ। ਬਸ ਮਨ ਸਮਝ ਜਾਏ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਗਿਆਨ ਦਿੱਤਾ। ਜਦੋਂ ਮਨ ਸਮਝ ਗਿਆ ਤੇ ਭਗਤ ਜੀ ਕਹਿੰਦੇ ਗੱਲ ਤਾਂ ਹੈ ਹੀ ਮਨ ਦੀ। ਜਦੋਂ ਇਹ ਮੰਨ ਗਿਆ ਤੇ ਫਿਰ ਰੱਬ ਪਾ ਲਿਆ। ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਹਾਂਜੀ। ਰਹਾਉ ਹਰ ਕੀ ਰਤ ਕਲ ਜੁਗ ਪਦ ਊਤਮ, ਹਰ ਪਾਈਐ ਸਤਿਗੁਰ ਮਾਝਾ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਇਸ ਕਲਯੁਗ ਵਿੱਚ ਸਭ ਤੋਂ ਸ੍ਰੇਸ਼ਟ ਤੇ ਉੱਤਮ ਪਦਵੀ ਹੈ। ਅਕਾਲ ਪੁਰਖ ਪਰਮੇਸ਼ਰ ਦਾ ਕੀਰਤਨ, ਨਿਰੰਕਾਰ ਦਾ ਕੀਰਤਨ ਕਲਯੁਗ ਵਿੱਚ ਸਭ ਤੋਂ ਸ੍ਰੇਸ਼ਟ, ਸਭ ਤੋਂ ਸਰਵੋਤਮ, ਸਭ ਤੋਂ ਉੱਤਮ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਕੀਰਤਨ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ। ਪਰ ਇਹ ਜਿਹੜੀ ਕੀਰਤੀ ਹੈ, ਇਹ ਜਿਹੜਾ ਕੀਰਤਨ ਹੈ ਪਰਮੇਸ਼ਰ ਦਾ, ਇਹ ਸਤਿਗੁਰਾਂ ਵਿੱਚੋਂ ਪ੍ਰਾਪਤ ਹੁੰਦਾ ਹੈ। ਹਰ ਪਾਈਐ ਸਤਿਗੁਰ ਮਾਝਾ। ਸਤਿਗੁਰਾਂ ਵਿੱਚੋਂ ਹਰੀ ਦੀ ਕੀਰਤ ਕਰਨ ਦੀ ਜੁਗਤ ਪ੍ਰਾਪਤ ਹੁੰਦੀ ਹੈ ਕਿ ਹਰੀ ਦੀ ਕੀਰਤ ਕਿਵੇਂ ਕਰਨੀ ਹੈ, ਕਿਹੜੇ ਸ਼ਬਦ ਵਰਤਣੇ ਨੇ ਪਰਮੇਸ਼ਰ ਦੀ ਕੀਰਤੀ ਵਿੱਚ। ਉਹ ਸਤਿਗੁਰਾਂ ਦੀ ਪਾਵਨ ਬਾਣੀ ਚੋਂ ਗਿਆਨ ਪ੍ਰਾਪਤ ਹੁੰਦਾ ਹੈ। ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰਗਾਜਾ। ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ, ਆਪਣੇ ਸਤਿਗੁਰਾਂ ਤੋਂ ਬਾਹਰੇ ਜਾਵਾਂ, ਕੁਰਬਾਨ ਜਾਵਾਂ। ਜਿਸ ਸਤਿਗੁਰੂ ਜੀ ਨੇ ਮੇਰੇ ਤੇ ਤਰਸ ਕਰਕੇ, ਦਇਆ ਕਰਕੇ ਮੇਰੇ ਅੰਦਰ ਜਿਹੜਾ ਗੁਪਤ ਨਾਮ ਸੀ ਉਸ ਨੂੰ ਪਰਗਾਝਾ, ਪ੍ਰਗਟ ਕਰ ਦਿੱਤਾ। ਜਨ ਗੁਪਤ ਨਾਮ ਪਰਗਾਝਾ। ਨਾਮ ਤਾਂ ਸਾਰਿਆਂ ਵਿੱਚ ਹੈ ਪਰ ਗੁਪਤ ਹੈ ਨਾ। ਮੇਰੇ ਜਿਸ ਗੁਰੂ ਨੇ ਕਿਰਪਾ ਕਰਕੇ, ਤਰਸ ਕਰਕੇ ਉਸ ਗੁਪਤ ਨਾਮ ਨੂੰ ਪ੍ਰਗਟ ਕੀਤਾ ਹੈ, ਮੈਂ ਆਪਣੇ ਐਸੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ। ਦਰਸ਼ਨ ਸਾਧ ਮਿਲਿਓ ਵਡ ਭਾਗੇ, ਸਭ ਕਿਲ ਵਿਖ ਗਏ ਗਵਾਜਾ। ਕਹਿੰਦੇ ਭਾਈ ਮਹਾਂਪੁਰਸ਼ਾਂ ਸਾਧੂਆਂ ਦੇ ਦਰਸ਼ਨ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ ਹਨ। ਹਰ ਇੱਕ ਨੂੰ ਸਾਧੂਆਂ ਦੇ ਦਰਸ਼ਨ ਨਹੀਂ ਹੁੰਦੇ। ਜਿਨ੍ਹਾਂ ਨੂੰ ਨਹੀਂ ਹੁੰਦੇ ਉਹ ਕਹਿੰਦੇ ਇਹ ਤਾਂ ਪਖੰਡੀ ਤੁਰੇ ਫਿਰਦੇ ਆ ਸੰਸਾਰ 'ਚ, ਸਾਧੂ ਤਾਂ ਕੋਈ ਹੈ ਹੀ ਨਹੀਂ। ਪਰ ਜਿਨ੍ਹਾਂ ਦੇ ਭਾਗ ਸਵੱਲੇ ਹੋਣ, ਜਿਨ੍ਹਾਂ ਦੇ ਕਰਮ ਚੰਗੇ ਹੋਣ, ਉਹਨਾਂ ਨੂੰ ਸਾਧੂਆਂ ਦੇ ਦਰਸ਼ਨ ਹੁੰਦੇ ਆ। ਨਾਮ ਜਪਣ ਵਾਲੀਆਂ ਗੁਰਮੁਖ ਰੂਹਾਂ ਦਾ ਸੰਗ ਤਿਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਭਾਗ ਵੱਡੇ ਹਨ। ਔਰ ਜਿਨ੍ਹਾਂ ਨੂੰ ਸਾਧੂ ਜਨਾਂ ਦਾ ਸੰਗ ਪ੍ਰਾਪਤ ਹੁੰਦਾ ਹੈ, ਪਾਤਸ਼ਾਹ ਕਹਿੰਦੇ ਉਹਨਾਂ ਦੇ ਜਿੰਨੇ ਕਿਲ ਵਿਖ ਨੇ, ਜਿੰਨੇ ਪਾਪ ਨੇ, ਉਹ ਸਾਰੇ ਪਾਪ ਗਵਾਝਾ, ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਉਹਨਾਂ ਸਾਰੇ ਪਾਪਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਸਤਿਗੁਰ ਸਾਹੋ ਪਾਇਆ ਵਡਦਾਣਾ, ਹਰ ਕੀਏ ਬਹੁ ਗੁਣ ਸਾਚਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸੱਚੇ ਸ਼ਾਹੂਕਾਰ ਹਨ ਔਰ ਬੜੇ ਦਾਨੇ ਹਨ, ਬੜੇ ਦਾਨੇ, ਦਾਨਸ਼ਮੰਦ ਨੇ, ਉਹਨਾਂ ਨਾਲ ਮਿਲ ਕੇ ਮੈਂ ਗੁਣਾਂ ਦੀ ਸਾਂਝ ਕੀਤੀ। ਗੁਣ ਕਿਵੇਂ ਸਾਂਝੇ ਕੀਤੇ ਨੇ? ਗੁਣ ਸਾਂਝੇ ਹੁੰਦੇ ਆ ਵੀ ਜਦੋਂ ਸਾਡੇ ਕੋਲ ਕੁਝ ਗੁਣ ਹੋਵੇ ਤੇ ਦੂਜੇ ਕੋਲ ਉਹ ਗੁਣ ਦੇ ਕੇ ਉਹਦੇ ਕੋਲ ਜਿਹੜਾ ਗੁਣ ਹੈ ਉਹ ਆਪ ਲੈ ਲੈਣਾ। ਪਰ ਸਿੱਖ ਤਾਂ ਔਗਣਾ ਭਰਿਆ ਹੈ। ਇਹਦੀ ਗੁਰੂ ਨਾਲ ਸਾਂਝ ਕਿਵੇਂ ਪਵੇ? ਕਿਹੜਾ ਗੁਣ ਭੇਟ ਕਰੇ ਗੁਰੂ ਨੂੰ ਕਿ ਬਦਲੇ 'ਚ ਗੁਰੂ ਕੋਲੋਂ ਇਹਨੂੰ ਗੁਣ ਪ੍ਰਾਪਤ ਹੋਣ?
ਸਿੱਖ ਨੇ ਕੇਵਲ ਇੱਕੋ ਇੱਕ ਗੁਣ ਹੈ ਜਿਹੜਾ ਗੁਰੂ ਚਰਨਾਂ 'ਚ ਭੇਟ ਕਰਨਾ, ਅਰਪਣ ਕਰਨਾ, ਤੇ ਬਦਲੇ ਵਿੱਚ ਉਹਨੂੰ ਸਾਰੇ ਗੁਣ ਪ੍ਰਾਪਤ ਹੋ ਜਾਣੇ ਨੇ। ਤਾਂ ਸਿੱਖ ਦਾ ਉਹ ਗੁਣ ਹੈ ਆਪਣੇ ਗੁਰੂ ਤੇ ਅਟੁੱਟ ਤੇ ਅੰਨੀ ਸ਼ਰਧਾ। ਅਥਾਹ ਸ਼ਰਧਾ ਆਪਣੇ ਗੁਰੂ ਤੇ। ਸਿੱਖ ਨੇ ਕੇਵਲ ਇਹ ਗੁਣ ਅਰਪਣ ਕਰਨਾ ਔਰ ਬਦਲੇ 'ਚ ਗੁਰੂ ਨੇ ਸਾਰੇ ਗੁਣ ਬਖਸ਼ ਦੇਣੇ ਹਨ। ਹਾਂਜੀ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਜਿਨ੍ਹਾਂ ਤੇ ਜਗਤ ਦੇ ਜੀਵਨ ਵਾਹਿਗੁਰੂ ਨੇ, ਪਾਰ ਬ੍ਰਹਮ ਨੇ, ਪਰਮੇਸ਼ਰ ਨੇ ਆਪਣੀ ਕਿਰਪਾ ਕੀਤੀ, ਉਹਨਾਂ ਨੇ ਆਪਣੇ ਹਿਰਦੇ 'ਚ ਹਰੀ ਨੂੰ ਵਸਾਇਆ। ਉਹਨਾਂ ਦੇ ਹਿਰਦਿਆਂ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦਾ ਸਾਖਸ਼ਾਤਕਾਰ ਹੋਇਆ ਹੈ। ਜਿਨ੍ਹਾਂ ਤੇ ਜਗਤ ਦੇ ਜੀਵਨ ਸਵਰੂਪ ਅਕਾਲ ਪੁਰਖ ਪਰਮੇਸ਼ਰ ਨੇ ਆਪਣੀ ਕਿਰਪਾ ਕੀਤੀ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਆਹ ਕਹਿੰਦੇ ਹੁਣ ਧਰਮ ਰਾਜੇ ਨੇ ਸਾਡੇ ਲੇਖੇ ਦੇ ਕਾਗਜ਼ ਪਾੜ ਦਿੱਤੇ ਹਨ, ਕਿਉਂਕਿ ਲੇਖਾ ਸਮਝ ਵਿੱਚ ਆ ਗਿਆ, ਹਿਸਾਬ ਕਿਤਾਬ ਨਿਬੜ ਗਿਆ। ਕੋਈ ਲੇਖਾ ਜੋਖਾ ਮੇਰੇ ਮਾਲਕ ਨੇ, ਮੇਰੇ ਸਾਹਿਬ ਨੇ ਰਹਿਣ ਹੀ ਨਹੀਂ ਦਿੱਤਾ, ਜਿਸ ਕਰਕੇ ਹੁਣ ਉਹ ਕਾਗਜ਼, ਜਦੋਂ ਇਕਰਾਰਨਾਮਾ ਪੂਰਾ ਹੋ ਜਾਏ, ਜੋ ਲਿਖਿਆ ਹੁੰਦਾ ਕਾਗਜ਼ ਉਹ ਬਿਆਨੇ ਦਾ ਫਿਰ ਪਾੜ ਦਿੱਤਾ ਜਾਂਦਾ ਵੀ ਹੁਣ ਇਹ ਖਤਮ। ਠੀਕ। ਜਿੰਨੇ ਲੇਖੇ ਜੋਖੇ ਦੇ ਕਾਗਜ਼ ਸੀ ਨਾ ਜਨਮਾਂ ਜਨਮਾਂਤਰਾਂ ਦੇ, ਮੇਰੇ ਸਾਹਿਬ ਨੇ ਮੇਰੇ ਤੇ ਤਰਸ ਕੀਤਾ, ਦਇਆ ਕੀਤੀ ਹੈ। ਉਹਨਾਂ ਦੀ ਦਇਆ ਨਾਲ ਹੁਣ ਉਹ ਲੇਖੇ ਦੇ ਕਾਗਜ਼ ਧਰਮ ਰਾਜੇ ਨੇ ਪਾੜ ਦਿੱਤੇ, ਉਹਨਾਂ ਦਾ ਲੇਖਾ ਨਹੀਂ ਰਹਿ ਗਿਆ, ਉਹ ਲੇਖੇ ਤੋਂ ਮੁਕਤ ਹੋ ਗਏ ਹਨ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਚਰਨਾਂ 'ਚ ਰਜੋਈਆਂ ਨੇ ਮਹਾਰਾਜ, ਸਾਡਾ ਵੀ ਲੇਖਾ ਜੋਖਾ ਨਾ ਕਰਿਓ, ਕਿਉਂਕਿ ਜੇ ਲੇਖਾ ਜੋਖਾ ਕੀਤਾ ਫਿਰ ਨਹੀਂ ਅਸੀਂ ਛੁੱਟਦੇ। ਲੇਖਾ ਕਤਹਿ ਨਾ ਛੂਟੀ ਹੈ, ਗਿਣਤੀ ਮਿਣਤੀ ਦੇ ਨਾਲ ਨਹੀਂ ਅਸੀਂ ਛੁੱਟਣਾ, ਅਸੀਂ ਮੁਕਤ ਹੋਣਾ। ਕਿਰਪਾ ਕਰੋ, ਦਇਆ ਕਰੋ, ਤਰਸ ਕਰੋ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਮਹਾਰਾਜ ਤਰਸ ਕਰੋ ਸਾਡੇ ਤੇ, ਕਿਰਪਾ ਕਰੋ।